हिंदू धर्म तरमूल को राख्यो धर्म जार। तेग बहादुर सतगुरु तृण समान तन डार। तेग बहादुर धर्म तुज हरता तुरकन मूल। चरण शरण तारण तरण नमो होए अनुकूल। जेता जियो पिंड सब तेरा तू अंतरजामी पुरख भगवान। दासन दास कहे जन नानक जेहा तू कराए तेहा हौ करी वख्यान। परम सन्माननीय चवर छतर तख्त दे मालक दसां पातशाहियां दे साक्षात स्वरूप श्री गुरु ग्रंथ साहिब सच्चे पातशाह जी दी पावन हजूरी अंदर सुभायमान इस स्थान दे मुख सेवादार श्रीमान संत बाबा प्रितपाल सिंह जी महाराज तथा मंच ते विराजमान समूह विद्वत संत जन गुणी ज्ञानी गुरु घर दे कीर्तनीय और धर्मानुरागी सतसंगी जनों, वाहिगुरु जी का खालसा वाहिगुरु जी की फतेह। सतगुरां दी अपार किरपा दे सदका हिंद दी चादर साहिब श्री गुरु तेग बहादुर महाराज जी की चौथी शताब्दी के संबंध विच 400 साला समागम प्रकाश उत्सव मनाउंदे होए गुरु दरबार दीयां हाजरियां भर के अपने जीवन नूं सफला बना रहे हाँ। श्री गुरु तेग बहादुर सच्चे पातशाह जी का जीवन एक अलौकिक जीवन है जिन्हां दा आगमन नूं अज 400 साल पूरे हो रहे हन। जिन्हां ने रुड़ी जांदी हिंद नूं अपना सीस दे करके अपनी कुर्बानी दे करके जुल्म दे दरिया नूं ठल पाई। जिन्हां दी कुर्बानी बारे श्री गुरु गोबिंद सिंह महाराज जी ने स्वयं लिखा है कि तिलक जन्यू राखा प्रभ ताका कीनो बडो कलू महसाका। साधन हेत इति जिन करी सीस दिया पर सी न उचरी। धर्म हेत साका जिन किया सीस दिया पर सिर न दिया। ऐसे सतगुरु श्री गुरु तेग बहादुर महाराज जी का अवतार 1678 विक्रमी संमत विसाख वदी पंचमी दिन मंगलवार विशाखा नक्षत्र नूं श्री गुरु हरगोबिंद साहब महाराज जी के घर माता नानक जी की कुख तो गुरुद्वारा गुरु के महल श्री अमृतसर साहब जी की धरती ते सतगुरां ने अवतार धाया ते पूरे विश्व विच विचर करके श्री गुरु तेग बहादुर महाराज जी ने धर्म का प्रचार किया। और श्री गुरु तेग बहादुर महाराज जी का आगमन किसी विशेष कारण करके विशेष कार्य नूं संपन्न करने वास्ते होया सी। श्री गुरु तेग बहादुर महाराज जी का अवतार अमृत वेले उस समय सतगुरां दे गुरु पिता श्री गुरु हरगोबिंद साहिब सच्चे पातशाह
ਹਰਿਮੰਦਰ ਸਾਹਿਬ ਦੀ ਪਾਵਨ ਧਰਤੀ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ। ਅੰਮ੍ਰਿਤ ਵੇਲੇ ਸਤਿਗੁਰਾਂ ਦਾ ਅਵਤਾਰ ਹੁੰਦਾ ਹੈ ਤੇ ਜਦੋਂ ਦਿਨ ਚੜ੍ਹਦਾ ਹੈ, ਜਦੋਂ ਸਤਿਗੁਰਾਂ ਨੂੰ ਭਾਵੇਂ ਸਤਿਗੁਰੂ ਜਾਣੇ ਜਾਣ, ਪਰ ਵਿਵਹਾਰਕ ਰੀਤੀ ਅਨੁਸਾਰ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪਤਾ ਲੱਗਦਾ ਕਿ ਸਾਡੇ ਘਰ ਪੰਜਵੇਂ ਸੁਪੁੱਤਰ ਦਾ ਆਗਮਨ ਹੋਇਆ ਹੈ, ਉਸ ਵਾਰਤਾ ਨੂੰ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਗੁਰਪ੍ਰਤਾਪ ਸੂਰਜ ਵਿੱਚ ਲਿਖਦੇ ਹਨ ਕਿ ਚੜ੍ਹਿਓ ਦਿਵਸ ਪ੍ਰਭ ਜੀ ਸੁਨ ਪਾਇਓ, ਉਪਜਿਓ ਸੁਤ ਜਿਹ ਰੂਪ ਮਹਾਇਓ। ਜਦੋਂ ਦਿਨ ਚੜ੍ਹਿਆ ਤੇ ਸਤਿਗੁਰਾਂ ਨੇ ਖਬਰ ਸੁਣੀ ਕਿ ਬਾਲਕ ਦਾ ਜਨਮ ਹੋਇਆ ਹੈ, ਤੇ ਫਿਰ ਜੇਠੇ ਵਿਧੀਏ ਕੋ ਲੈ ਸਾਥ ਆਏ ਮਹਿਲੇ ਦੀਨਾਨਾਥ। ਭਾਈ ਜੇਠੇ ਜੀ ਨੂੰ ਤੇ ਭਾਈ ਵਿਧੀ ਚੰਦ ਜੀ ਨੂੰ ਨਾਲ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਮਹਿਲਾਂ ਵਿੱਚ ਆਏ। ਤੇ ਜਦੋਂ ਸਤਿਗੁਰੂ ਜੀ ਨੇ ਆ ਕਰਕੇ ਆਪਣੇ ਪੰਜਵੇਂ ਪੁੱਤਰ ਨੂੰ ਦੇਖਿਆ ਤੇ ਸਤਿਗੁਰਾਂ ਨੇ ਨਮਸਕਾਰ ਕੀਤੀ। ਤੇ ਐਸੀ ਕਿਰਿਆ ਦੇਖ ਕਰਕੇ ਭਾਈ ਵਿਧੀ ਚੰਦ ਜੀ ਰਹਿ ਨਾ ਸਕੇ। ਉਹਨਾਂ ਨੇ ਪੁੱਛ ਲਿਆ, ਕਿਉਂ ਸੁਤ ਕੋ ਬੰਧਨ ਕਰੇ ਵਿਧਿਆ ਬਿਨੀ ਅਲਾਏ। ਕਿ ਸਤਿਗੁਰੂ ਜੀ, ਅਜੇ ਤੱਕ ਤਾਂ ਪਿਤਾ ਹੀ ਮੱਥਾ ਟਿਕਾਉਣ ਦੇ ਯੋਗ ਹੋਇਆ ਹੈ, ਹਮੇਸ਼ਾ ਪੁੱਤਰ ਨੇ ਹੀ ਮੱਥਾ ਟੇਕਿਆ, ਨਮਸਕਾਰ ਕੀਤੀ ਹੈ, ਪਰ ਹੋਰਿਓ ਗੰਗ ਵਹਾਈ ਹੈ ਦੁਨਿਆਈ ਆਖੇ ਕਿ ਕਿਉਂ ਨਾ। ਅੱਜ ਤੁਸੀਂ ਉਲਟੀ ਗੰਗਾ ਵਹਾ ਦਿੱਤੀ, ਇਸ ਦਾ ਕੀ ਕਾਰਨ ਹੈ। ਕਿਉਂ ਸੁਤ ਕੋ ਬੰਧਨ ਕਰੇ ਵਿਧਿਆ ਬਿਨੀ ਅਲਾਏ, ਗੋਹਜ ਕਥਾ ਵਿਧਿਓ ਸੁਨੋ ਰਾਖੋ ਹਿਰਦੇ ਛਿਪਾਏ। ਹੇ ਭਾਈ ਵਿਧੀ ਚੰਦ ਜੀ, ਇਹ ਬੜੀ ਗੋਪਨੀय ਵਾਰਤਾ ਹੈ, ਬੜੀ ਗੋਹਜ ਕਥਾ ਹੈ, ਇਹਨੂੰ ਆਪਣੇ ਹਿਰਦੇ ਵਿੱਚ ਸਮਾ ਕਰਕੇ ਰੱਖਿਓ। ਪਾਂਚੋ ਸੁਤ ਮੈਂ ਇਹ ਗੁਰ ਹੋਵੈ, ਸਾਡੇ ਪੰਜਾਂ ਸੁਪੁੱਤਰਾਂ ਦੇ ਵਿੱਚੋਂ ਇਹ ਗੁਰੂ ਹੋਵੇਗਾ। ਦੀਨ ਰਸ਼ ਕਰ ਸੰਕਟ ਖੋਵੈ, ਦੀਨ ਦੀ ਰੱਖਿਆ ਕਰੇਗਾ, ਧਰਮ ਦੀ ਰੱਖਿਆ ਕਰੇਗਾ। ਇਨਕੇ ਤੇਗ ਧਨੀ ਉਪਜਾਵੈ, ਤੇਗ ਬਹਾਦਰੀ ਅਦਕ ਕਹਾਵੈ ਕਰਾਵੈ। ਫਿਰ ਇਹਨਾਂ ਦੇ ਕਰ ਤੇਗ ਦਾ ਧਨੀ ਭਾਵ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲ ਇਸ਼ਾਰਾ ਕੀਤਾ ਸਤਿਗੁਰਾਂ ਨੇ। ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਆਪਾਂ ਅੱਜ ਯਾਦ ਕਰ ਰਹੇ ਹਾਂ, ਜਿਨ੍ਹਾਂ ਨੂੰ ਜਨਮ ਦੇਣ ਵਾਲੀ ਮਾਤਾ ਵੀ ਧੰਨ, ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਮਹਾਨ ਪੁਰਸ਼ਾਂ ਨੇ ਬੜੇ ਸੁੰਦਰ ਵਚਨ ਕਹੇ ਹਨ ਕਿ ਜਨਨੀ ਜਨੈ ਤਾਂ ਧਰਮ ਭਗਤ ਜਨ, ਕੈ ਦਾਤਾ ਕੈ ਸੂਰ, ਨਾਹੀਂ ਤਾਂ ਜਨਨੀ ਬਾਂਝ ਰਹੈ, ਕਾਹੇ ਗਵਾਵੇ ਨੂਰ। ਹੇ ਜਨਨੀ, ਜੇ ਤੂੰ ਕਿਸੇ ਪੁੱਤਰ ਨੂੰ ਜਨਮ ਦੇਣਾ ਤੇ ਭਗਤ ਨੂੰ ਦੇ। ਜੇ ਭਗਤ ਨੂੰ ਜਨਮ ਨਹੀਂ ਦੇ ਸਕਦੀ ਤਾਂ ਫਿਰ ਦਾਨੀ ਨੂੰ ਦੇ ਦੇ। ਜੇ ਦਾਨੀ ਨੂੰ ਜਨਮ ਨਹੀਂ ਦੇ ਸਕਦੀ ਤੇ ਫਿਰ ਕਿਸੇ ਸੂਰਮੇ ਨੂੰ ਜਨਮ ਦੇ ਦੇ। ਪਰ ਜੇ ਇਹ ਤਿੰਨਾਂ ਵਿੱਚੋਂ ਤੂੰ ਕਿਸੇ ਨੂੰ ਜਨਮ ਨਹੀਂ ਦੇ ਸਕਦੀ ਤੇ ਫਿਰ ਤੇਰਾ ਬਾਂਝ ਰਹਿਣਾ ਹੀ ਅੱਛਾ ਹੈ। ਪਰ ਧੰਨ ਹੈ ਮਾਤਾ ਨਾਨਕੀ ਜੀ, ਜਿਨ੍ਹਾਂ ਨੇ ਐਸੇ ਪੁੱਤਰ ਨੂੰ ਜਨਮ ਦਿੱਤਾ, ਜਿਨ੍ਹਾਂ ਦੇ ਅੰਦਰ ਜਿਨ੍ਹਾਂ ਵਰਗਾ ਦਾਨੀ, ਜਿਨ੍ਹਾਂ ਵਰਗਾ ਸੂਰਮਾ ਤੇ ਜਿਨ੍ਹਾਂ ਵਰਗਾ ਭਗਤ ਇਸ ਸੰਸਾਰ ਤੇ ਕੋਈ ਮਿਸਾਲ ਨਹੀਂ ਹੈ। ਜੇ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਭਗਤੀ ਦੀ ਗੱਲ ਕਰੀਏ ਤੇ ਜਦੋਂ ਆਪਾਂ ਸਤਿਗੁਰਾਂ ਦੇ ਵਚਨ ਪੜ੍ਹਦੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 15 ਰਾਗਾਂ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਆ, ਤੇ ਕਿਸੇ ਵੀ ਰਾਗ ਵਿੱਚੋਂ ਜੇ ਆਪਾਂ ਸਤਿਗੁਰਾਂ ਦੇ ਵਚਨ ਪੜ੍ਹਦੇ ਆ
ਤੇ ਪੜ੍ਹਦੇ ਸਾਰ ਹੀ ਸ਼ਾਂਤੀ ਮਿਲਦੀ ਹੈ। ਜਿਹੜਾ ਵੱਡੇ ਤੋਂ ਵੱਡੀ ਚੰਚਲਤਾ ਵਾਲਾ ਪੁਰਸ਼ ਹੈ, ਜੇ ਉਹ ਵੀ ਕਿਤੇ ਟਿਕਾ ਕਰਕੇ ਟਿਕ ਕਰਕੇ ਥੋੜੀ ਦੇਰ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਜਾਪ ਸੁਣ ਲਵੇ ਤੇ ਉਹ ਵੀ ਸ਼ਾਂਤ ਹੋ ਜਾਂਦਾ। ਐਸੀ ਬਾਣੀ, ਤੇ ਐਸੀ ਬਾਣੀ ਤੇ ਸ਼ਾਂਤੀ ਕਿਉਂ ਹੈ? ਕਿਉਂਕਿ ਸਤਿਗੁਰਾਂ ਨੇ ਕਿਹਾ ਨਹੀਂ ਹੈ, ਪਹਿਲਾਂ ਕਰਕੇ ਦਿਖਾਇਆ। ਹੁਣ ਪੀਰ ਮੁਹੰਮਦ ਸਾਹਿਬ ਕਹਿ ਰਹੇ ਸਨ ਨਾ ਕਿ ਬਾਬੇ ਬਗਾਲੇ ਦੀ ਧਰਤੀ ਤੇ 26 ਸਾਲ 9 ਮਹੀਨੇ 13 ਦਿਨ ਦਾ ਸਮੇਂ ਇੱਕ ਛੋਟੇ ਦੇ ਮਕਬਰੇ ਵਿੱਚ, ਜਿਹੜਾ ਕੇਵਲ 2.5 ਫੁੱਟ ਲੰਬਾ ਤੇ 2-2.5 ਫੁੱਟ ਚੌੜਾ ਹੈ, ਆਪਾਂ ਬਾਬੇ ਬਕਾਲੇ ਦੀ ਧਰਤੀ ਦੇ ਦਰਸ਼ਨ ਕਰਦੇ ਹਾਂ। ਉਸ ਜਗ੍ਹਾ ਤੇ ਬੈਠ ਕਰਕੇ ਇੰਨਾ ਲੰਬੇਰਾ ਸਮਾਂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਪਰਮ ਪਿਤਾ ਪ੍ਰਮਾਤਮਾ ਦੀ ਇਬਾਦਤ ਕੀਤੀ ਹੈ। ਤੇ ਫਿਰ ਸਾਨੂੰ ਕਿਹਾ ਹੈ ਕਿ ਮਾਈ ਧਨ ਪਾਇਓ ਹਰ ਨਾਮ, ਮਨ ਮੇਰਾ ਧਾਵਨ ਤੇ ਛੂਟਿਓ ਕਰ ਬੈਠੋ ਵਿਸ਼ਰਾਮ। ਫਿਰ ਕਿਹਾ ਹੈ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੋ ਨਾਨਕ ਸੁਨ ਰੇ ਮਨਾ, ਕਹੋ ਨਾਨਕ ਸੁਨ ਭਜ ਮਨਾ, ਜੇ ਬਿਦ ਮਲ ਜਲ ਕੋ ਮੀਨ। ਪਹਿਲਾਂ ਆਪ ਜਪਿਆ ਤੇ ਫਿਰ ਕਥਨ ਕੀਤਾ ਹੈ। ਤੇ ਸਤਿਗੁਰਾਂ ਵਰਗਾ ਭਗਤ ਇਸ ਦੁਨੀਆ ਤੇ ਕੋਈ ਹੋ ਨਹੀਂ ਸਕਦਾ। ਤੇ ਦੂਸਰਾ ਗੁਣ ਦਾਨੀ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜੈਸਾ ਦਾਨੀ ਇਸ ਧਰਤੀ ਤੇ ਕੋਈ ਮਿਸਾਲ ਨਹੀਂ ਹੈ ਕਿ ਜਿਨ੍ਹਾਂ ਨੇ ਐਸਾ ਦਾਨ ਦਿੱਤਾ, ਐਸਾ ਦਾਨ ਦਿੱਤਾ ਜਿਹੜਾ ਦਾਨ ਕੋਈ ਦੇ ਨਹੀਂ ਸੀ ਸਕਦਾ। ਜਿੱਥੇ ਆ ਕਰਕੇ ਸਾਰਿਆਂ ਦੀਆਂ ਬ੍ਰੇਕਾਂ ਲੱਗ ਗਈਆਂ ਸਨ, ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਾਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਬਚਪਨ ਦੀਆਂ ਵੀ ਕੁਝ ਐਸੀਆਂ ਘਟਨਾਵਾਂ ਹਨ ਜਿਹੜੀਆਂ ਉਹਨਾਂ ਦੀ ਦਾਨ ਕਿਰਿਆ ਨੂੰ ਦਰਸਾਉਂਦੀਆਂ ਹਨ ਕਿ ਉਹ ਕੈਸੇ ਦਾਨੀ ਸਨ। ਇਤਿਹਾਸ ਦੇ ਵਚਨ ਹਨ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਭ ਤੋਂ ਵੱਡੇ ਭਰਾ ਬਾਬਾ ਗੁਰਦਿੱਤਾ ਜੀ, ਸਤਿਗੁਰੂ ਜੀ 5 ਭਾਈ ਔਰ 1 ਭੈਣ ਸਨ। ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਫਿਰ ਅਣੀ ਰਾਏ ਜੀ, ਫਿਰ ਅਟਲ ਰਾਏ ਜੀ, ਸੂਰਜਮਲ ਜੀ, ਉਹ ਗੁਰੂ ਤੇਗ ਬਹਾਦਰ ਸਾਹਿਬ। ਤੇ ਜਦੋਂ ਸ੍ਰੀ ਬਾਬਾ ਗੁਰਦਿੱਤਾ ਜੀ ਦਾ ਵਿਆਹ ਦਾ ਦਿਹਾੜਾ ਆਇਆ ਤੇ ਵਿਆਹ ਵਾਲੇ ਦਿਨ ਜਦੋਂ ਬਰਾਤ ਜਾ ਰਹੀ ਸੀ ਤੇ ਸਾਰੀਆਂ ਮਾਤਾਵਾਂ ਨੇ ਆਪਣੇ ਆਪਣੇ ਭਾਵਨਾ ਅਨੁਸਾਰ ਚਾਅ ਨਾਲ ਆਪਣੇ ਆਪਣੇ ਪੁੱਤਰਾਂ ਨੂੰ ਤਿਆਰ ਕੀਤਾ। ਸੁੰਦਰ ਸੁੰਦਰ ਪੁਸ਼ਾਕਾਂ ਪਹਿਨਾਈਆਂ, ਆਭੂਸ਼ਣ ਪਹਿਨਾਏ। ਤੇ ਮਾਤਾ ਨਾਨਕੀ ਜੀ ਨੇ ਵੀ ਗੁਰੂ ਤੇਗ ਬਹਾਦਰ ਜੀ ਨੂੰ ਬੜੀ ਸੁੰਦਰ ਪੋਸ਼ਾਕ ਪਹਿਨਾਈ, ਸੁੰਦਰ ਜੇਵਰ ਪਹਿਨਾਏ। ਤੇ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਦੋਂ ਬਰਾਤ ਵਿੱਚ ਤੁਰੇ ਜਾ ਰਹੇ ਸਨ ਅੰਮ੍ਰਿਤਸਰ ਦੀ ਧਰਤੀ ਤੇ ਬਰਾਤ ਚੱਲਦੀ ਹੋਈ ਨੂੰ ਕੁਝ ਬੱਚੇ ਕਿਨਾਰੇ ਤੇ ਖਲੋ ਕਰਕੇ ਦੇਖ ਰਹੇ ਸਨ, ਬਰਾਤ ਜਾਂਦੀ ਨੂੰ ਦੇਖ ਰਹੇ ਸਨ। ਤੇ ਉਹਨਾਂ ਬੱਚਿਆਂ ਵਿੱਚ ਇੱਕ ਬੱਚਾ ਜਿਸ ਦਾ ਸਰੀਰ ਬੜਾ ਕਮਜ਼ੋਰ, ਜਿਹੜਾ ਠੰਡ ਨਾਲ ਕੰਬ ਰਿਹਾ ਸੀ, ਤੇ ਉਸਨੇ ਸੁਣਿਆ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੜੇ ਉਦਾਰ ਹਨ, ਸਤਿਗੁਰਾਂ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਬੜੇ ਦਾਨੀ ਹਨ, ਬੜੀਆਂ ਭਾਵਨਾਵਾਂ ਪੂਰੀਆਂ ਕਰਨ ਵਾਲੇ ਹਨ। ਤੇ ਉਸਨੇ ਸਤਿਗੁਰਾਂ ਨੂੰ ਦੇਖ ਕਰਕੇ ਅੱਗੇ ਹੋ ਕਰਕੇ ਪ੍ਰਾਰਥਨਾ ਕੀਤੀ, ਅਰਜ਼ੋਈ ਕੀਤੀ ਕਿ ਹੇ ਗੁਰੂ ਕੇ ਸਾਹਿਬਜ਼ਾਦੇ, ਮੈਂ ਠੰਡ ਨਾਲ ਕੰਬ ਰਿਹਾ ਹਾਂ, ਮੇਰੇ ਕੋਲ ਕੋਈ ਵਸਤਰ ਨਹੀਂ ਹੈ, ਆਪ ਜੀ ਕਿਰਪਾ ਕਰੋ। ਅਜੇ ਇੰਨੇ ਹੀ ਵਚਨ ਕਹੇ ਸਨ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ
ਗਲੇ ਦੇ ਵਿੱਚ ਜਿਹੜੀ ਬਹੁਤ ਕੀਮਤੀ ਪੋਸ਼ਾਕ ਪਹਿਨੀ ਹੋਈ ਸੀ, ਉਹ ਪੋਸ਼ਾਕ ਉਤਾਰ ਕਰਕੇ ਉਸ ਬੱਚੇ ਦੇ ਗਲ ਵਿੱਚ ਪਾ ਦਿੱਤੀ। ਗੱਲ ਕੇਵਲ ਪੋਸ਼ਾਕ ਦੀ ਨਹੀਂ ਹੈ। ਜਦੋਂ ਕਿਸੇ ਬੱਚੇ ਨੂੰ ਕੰਬਦਿਆਂ ਹੋਇਆਂ ਦੇਖਿਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ, ਤੇ ਆਪਣੀ ਪੋਸ਼ਾਕ ਦੇ ਕਰਕੇ ਉਸ ਦੇ ਨਗੇਜ ਨੂੰ ਕੱਜ ਲਿਆ, ਢੱਕ ਲਿਆ, ਉਹਨੂੰ ਨਿੱਘ ਦਿੱਤਾ। ਪਰ ਜਿਸ ਸਮੇਂ ਇਸ ਭਾਰਤ ਵਰਸ਼ ਵਿੱਚ ਬਹੁ ਬੇਟੀਆਂ ਦੀ ਇੱਜ਼ਤ ਰੁਲ ਰਹੀ ਸੀ, ਜਦੋਂ ਇਹ ਭਾਰਤ ਵਰਸ਼ ਵਿੱਚ ਧਰਮ ਕੰਬ ਰਿਹਾ ਸੀ, ਜਦੋਂ ਧਰਮ ਨੂੰ ਕੰਬਦਿਆਂ ਹੋਇਆਂ ਦੇਖਿਆ, ਤੇ ਆਪਣੇ ਸਰੀਰ ਨੂੰ ਹੀ ਪੁਸ਼ਾਕ ਬਣਾ ਕਰਕੇ, ਆਪਣੇ ਸਰੀਰ ਨੂੰ ਹੀ ਚਾਦਰ ਬਣਾ ਕਰਕੇ ਪੂਰੇ ਭਾਰਤ ਵਰਸ਼ ਦੀ ਬਹੁ ਬੇਟੀਆਂ ਦੀ ਇੱਜ਼ਤ ਨੂੰ ਢੱਕ ਲਿਆ। ਇਸ ਕਰਕੇ ਆਪਾਂ ਤੇਗ ਬਹਾਦਰ ਹਿੰਦ ਦੀ ਚਾਦਰ ਕਹਿੰਦੇ ਆ। ਚਾਦਰ ਨਾਲ ਆਪਾਂ ਆਪਣੇ ਆਪ ਨੂੰ ਢੱਕ ਲੈਂਦੇ ਆ, ਕੱਜ ਲੈਂਦੇ ਆ। ਤੇ ਉਸ ਸਮੇਂ ਭਾਰਤ ਦੀ ਐਸੀ ਦਸ਼ਾ ਸੀ ਕਿ ਬਹੁ ਬੇਟੀਆਂ ਦੀ ਕੋਈ ਇੱਜ਼ਤ ਨਹੀਂ ਸੀ। ਬ੍ਰਾਹਮਣ ਵਰਗ ਦੇ ਵਿੱਚ ਬ੍ਰਾਹਮਣ ਨੂੰ ਇੰਨਾ ਤਸ਼ੱਦਦ ਕੀਤਾ ਜਾ ਰਿਹਾ ਸੀ ਕਿ ਬ੍ਰਾਹਮਣ ਸਿਰ ਤੇ ਪਗੜੀ ਨਹੀਂ ਸਨ ਬੰਨ੍ਹ ਸਕਦੇ, ਘੋੜ ਸਵਾਰੀ ਨਹੀਂ ਸਨ ਕਰ ਸਕਦੇ, ਕਣਕ ਦੀ ਰੋਟੀ ਨਹੀਂ ਸੀ ਖਾ ਸਕਦੇ। ਪਰ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਕੰਬਦੇ ਹੋਏ ਧਰਮ ਦੀ ਰੱਖਿਆ ਕੀਤੀ ਤੇ ਐਸਾ ਦਾਨ ਦਿੱਤਾ। ਤੇ ਸੂਰਮਾ, ਭਗਤ, ਦਾਨੀ ਤੇ ਸੂਰਮਾ। ਜੇ ਤੀਸਰੀ ਗੱਲ ਕਰੀਏ ਆਪਾਂ ਸੂਰਮਤਾਈ ਦੀ, ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਜੈਸਾ ਸੂਰਮਾ ਕਿੱਥੋਂ ਲੱਭੇਗਾ ਅੱਜ, ਜਿਨ੍ਹਾਂ ਨੇ ਬਾਲਕ ਅਵਸਥਾ ਵਿੱਚ ਹੀ ਕਰਤਾਰਪੁਰ ਸਾਹਿਬ ਦੇ ਯੁੱਧ ਦੇ ਟਾਈਮ ਤੇ ਤੇਗ ਦੀ ਬਹਾਦਰੀ ਦਿਖਾਈ, ਮਹਾਨ ਯੁੱਧ ਕੀਤਾ, ਔਰ ਅੰਤਮ ਸਮੇਂ ਐਸੀ ਤੇਗ ਦੀ ਬਹਾਦਰੀ ਦਿਖਾਈ ਕਿ ਉਸ ਤੇਗ ਨੂੰ ਕੋਈ ਕੱਟ ਨਹੀਂ ਸਕਿਆ। ਜਿਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਿੱਲੀ ਦੀ ਧਰਤੀ ਤੇ ਔਰੰਗਜ਼ੇਬ ਦੀ ਕਚਹਿਰੀ ਵਿੱਚ ਪਹੁੰਚੇ ਸਨ, ਤਾਂ ਉਸ ਸਮੇਂ ਔਰੰਗਜ਼ੇਬ ਨੇ ਕੁਝ ਸਵਾਲ ਉੱਤਰ ਸਤਿਗੁਰਾਂ ਨਾਲ ਕੀਤੇ ਸਨ। ਤੇ ਇੱਕ ਉਹਨੇ ਇਹ ਵੀ ਸਵਾਲ ਕੀਤਾ ਸੀ ਕਿ ਤੁਹਾਡਾ ਨਾਮ ਤੇਗ ਬਹਾਦਰ ਕਿਉਂ ਹੈ, ਤੁਸੀਂ ਕਿਹੜੀ ਤੇਗ ਦੀ ਬਹਾਦਰੀ ਕੀਤੀ ਹੈ। ਤੇ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਸੀ ਕਿ ਮੈਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲਾ 100 ਤੇਗਾਂ, ਮੈਨੂੰ ਲਖਬਾ ਹੈ ਤੇਗ ਬਹਾਦਰੀ ਦਾ, ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾਂ। ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਮੇਰੇ ਪਿਤਾ ਨੇ ਪਹਿਨੀਆਂ 2 ਤੇਗਾਂ, ਹੁਣ ਵੀ ਦੇਖੇਗਾ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਹੋ ਤੇਗਾਂ। ਖਾਲਸਾ ਰੂਪੀ ਤੇਗ ਨਿਕਲੇਗੀ ਜਿਹੜੀ ਤੁਹਾਡੀਆਂ ਤੇਗਾਂ ਦੇ ਮੂੰਹ ਮੋੜ ਕੇ ਰੱਖ ਦੇਵੇਗੀ। ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਹਨ ਕਿ ਮੈਂ ਹਾਂ ਤੇਗ ਤੇ ਕੱਢ ਲਾ ਤੇਗ ਤੂੰ ਵੀ। ਭਾਵ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਹਨ ਕਿ ਐਸੀ ਕੋਈ ਤੇਗ ਨਹੀਂ ਹੈ ਜਿਹੜੀ ਤੇਗ ਸਾਡਾ ਸੀਸ ਕਲਮ ਕਰ ਸਕੇ। ਪਰ ਸਤਿਗੁਰੂ ਜੀ ਕਿਸ ਅਵਸਥਾ ਵਿੱਚ ਬੋਲਦੇ ਹਨ, ਸਤਿਗੁਰੂ ਜੀ ਆਤਮਾ ਦੀ ਗੱਲ ਕਰਦੇ ਹਨ ਕਿ ਨਾ ਜਾਏ ਤੇ ਮ੍ਰੀਤੇ ਵਾਕ ਦਾਚਨ, ਨਾ ਅੰਭੂਤਵਾ ਭਵਿਤਾ ਮਾਨ ਭੂਆ, ਅਜੋ ਨਿਤਿਆ ਸ਼ਾਸ਼ਵਤੋਯਮ ਪ੍ਰਾਣੋ ਨੋ ਹਨਿ ਤੇ ਹਨਿ ਮਾਨੇ ਸ਼ਰੀਰੇ। ਭਗਵਾਨ ਸ੍ਰੀ ਕ੍ਰਿਸ਼ਨ ਗੀਤਾ ਵਿੱਚ ਲਿਖਦੇ ਹਨ ਕਿ ਆਤਮਾ ਦਾ ਜਨਮ ਮਰਨ ਨਹੀਂ, ਉਸ ਨੂੰ ਸ਼ਸਤਰ ਨਾਲ ਕੱਟਿਆ ਨਹੀਂ ਜਾ ਸਕਦਾ, ਅੱਗ ਨਾਲ ਜਲਾਇਆ ਨਹੀਂ ਜਾ ਸਕਦਾ, ਪਾਣੀ ਨਾਲ ਡੁਬਾਇਆ ਨਹੀਂ ਜਾ ਸਕਦਾ, ਹਵਾ ਨਾਲ ਸੁਕਾਇਆ ਨਹੀਂ ਜਾ ਸਕਦਾ। ਤੇ ਸਤਿਗੁਰੂ ਜੀ ਦੇ ਉਸ ਆਤਮਾ ਦੀ ਗੱਲ ਕਰਦੇ ਹਨ
ਕਿ ਆਤਮਾ ਨੂੰ ਕੋਈ ਮਾਰ ਨਹੀਂ ਸਕਦਾ, ਆਤਮਾ ਨੂੰ ਕੋਈ ਕੱਟ ਨਹੀਂ ਸਕਦਾ। ਔਰ ਔਰੰਗਜ਼ੇਬ ਕੇਵਲ ਚਮ ਦਾ ਪੁਜਾਰੀ ਹੈ ਤੇ ਚਮੜੇ ਵਾਸਤੇ ਠੀਕਰਾ, ਸਰੀਰ ਰੂਪੀ ਠੀਕਰਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਔਰੰਗਜ਼ੇਬ ਦੇ ਸਿਰ ਤੇ ਭੰਨਿਆ। ਠੀਕਰ ਫੋਰ ਦਿੱਲੀਸ ਸਿਰ ਪ੍ਰਭਪੁਰ ਕੀਆ ਪਿਆਨ। ਆਪਣਾ ਸਰੀਰ ਰੂਪੀ ਠੀਕਰਾ, ਦਿੱਲੀਸ ਸਿਰ, ਦਿੱਲੀ ਦਾ ਈਸ, ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ, ਉਹਦੇ ਸਿਰ ਤੇ ਭੰਨਿਆ। ਠੀਕਰ ਫੋਰ ਦਿੱਲੀਸ ਸਿਰ ਪ੍ਰਭਪੁਰ ਕੀਆ ਪਿਆਨ। ਤੇਗ ਬਹਾਦਰ ਸੀਕਰਿਆ ਕਰੇ ਨ ਕਿਨਹੂ ਆਨ। ਐਸੇ ਸਤਿਗੁਰੂ ਜੀ ਜਿਹੜੇ ਮਹਾਨ ਭਗਤ, ਮਹਾਨ ਦਾਨੀ, ਮਹਾਨ ਸੂਰਮੇ, ਉਹਨਾਂ ਦੀ ਯਾਦ ਵਿੱਚ ਆਪਾਂ ਅੱਜ ਜੁੜ ਬੈਠੇ ਹਾਂ। ਅੱਜ ਉਹਨਾਂ ਦੇ ਆਗਮਨ ਨੂੰ 400 ਸਾਲ ਪੂਰੇ ਹੋ ਚੁੱਕੇ ਹਨ। ਸਤਿਗੁਰਾਂ ਦੀ ਬੜੀ ਮਹਾਨ ਕਿਰਪਾ ਹੋਈ ਜੋ ਸਾਰੇ ਹੀ ਵਿਸ਼ਵ ਅੰਦਰ ਸੰਗਤਾਂ ਆਪਣੀ ਆਪਣੀਆਂ ਭਾਵਨਾਵਾਂ ਅਨੁਸਾਰ ਸਤਿਗੁਰਾਂ ਦੀ ਚੌਥੀ ਸ਼ਤਾਬਦੀ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ। ਇਸੇ ਹੀ ਤਰ੍ਹਾਂ ਸ੍ਰੀਮਾਨ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਦਾਸ ਨੂੰ ਅੱਜ ਸਿੱਧੇ ਦਰਸ਼ਨ ਪਹਿਲੀ ਵਾਰ ਹੋਏ, ਪਰ ਦੂਰ ਦਰਸ਼ਨ ਦੇ ਮਾਧਿਅਮ ਨਾਲ ਆਪਾਂ ਪਹਿਲਾਂ ਤੋਂ ਦਰਸ਼ਨ ਕਰਦੇ ਆ ਰਹੇ ਹਾਂ। ਜਦੋਂ ਹਜੂਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਾ 300 ਸਾਲਾ ਆਇਆ ਸੀ, ਤੇ ਉਸ ਸਮੇਂ ਮਹਾਪੁਰਸ਼ਾਂ ਨੇ ਬੜੇ ਉੱਚੇ ਪੱਧਰ ਤੇ ਪਿੰਡ ਪਿੰਡ ਵਿੱਚ ਨਗਰ ਕੀਰਤਨ ਔਰ ਧਾਰਮਿਕ ਸਮਾਗਮਾਂ ਦੇ ਦੁਆਰਾ 300 ਸਾਲਾ ਬੜਾ ਉਤਸ਼ਾਹ ਨਾਲ ਮਨਾਇਆ ਸੀ। ਇਸੇ ਹੀ ਤਰ੍ਹਾਂ ਅੱਜ ਵੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 400 ਸਾਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਪਰ ਕਰੋਨਾ ਮਹਾਮਾਰੀ ਦੇ ਚੱਲਦੇ ਪ੍ਰੋਗਰਾਮ ਜਿਹੜਾ ਉਹ ਸਾਰਾ ਅਸਤ ਵਿਅਸਤ ਹੋ ਰਹੇ ਹਨ, ਸਾਰੇ ਹੀ ਪ੍ਰੋਗਰਾਮ। ਇਸ ਕਰਕੇ ਮਹਾਪੁਰਸ਼ਾਂ ਨੇ ਜਿਸ ਸਤਰ ਤੇ ਮਨਾਉਣ ਦਾ ਸੰਕਲਪ ਕੀਤਾ ਸੀ ਸੰਗਤ ਨੇ, ਉਹ ਸੰਕਲਪ ਭਾਵੇਂ ਅੱਜ ਆਪਣਾ ਪੂਰਾ ਨਹੀਂ ਹੋ ਰਿਹਾ, ਪਰ ਫਿਰ ਵੀ ਸਮੇਂ ਦੀਆਂ ਪਰਿਸਥਿਤੀਆਂ ਅਨੁਸਾਰ ਸਤਿਗੁਰਾਂ ਦੇ ਭਾਣੇ ਵਿੱਚ ਜੋ ਵੀ ਕੁਝ ਹੋ ਰਿਹਾ ਉਹ ਸਤਿਗੁਰ ਕਿਰਪਾ ਕਰਨ। ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ, ਔਰ ਬਾਬਾ ਜੀ ਦੇ ਸਾਰੇ ਹੀ ਜਥੇ ਦਾ ਜਿਹੜਾ ਸੁੰਦਰ ਪ੍ਰਬੰਧ ਕਰ ਰਹੇ ਹਨ, ਸਾਰੀਆਂ ਸੇਵਾਵਾਂ ਨਿਭਾ ਰਹੇ ਹਨ। ਸਾਰੇ ਮਹਾਪੁਰਸ਼ਾਂ ਦਾ, ਸਿੰਘਾਂ ਦਾ, ਜਥੇ ਦੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਕਨਖਲ ਹਰਿਦੁਆਰ ਵੱਲੋਂ ਸਾਰੀਆਂ ਹੀ ਸਿੱਖ ਸੰਗਤਾਂ ਨੂੰ, ਸਾਰੇ ਹੀ ਮਹਾਪੁਰਸ਼ਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਵਧਾਈ ਦਿੰਦਾ। ਔਰ ਸਾਡੇ ਜੋ ਨਿਰਮਲ ਪੰਥ ਦੇ ਮੁਖੀ, ਜੋ ਨਿਰਮਲ ਪੰਥ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਔਰ ਜਿਸ ਨਿਰਮਲ ਪੰਥ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਉਂਟਾ ਸਾਹਿਬ ਦੀ ਧਰਤੀ ਤੋਂ 5 ਨਿਰਮਲੇ ਸੰਤਾਂ ਨੂੰ ਸੰਸਕ੍ਰਿਤ ਪੜ੍ਹਨ ਵਾਸਤੇ ਕਾਸ਼ੀ ਬਨਾਰਸ ਭੇਜਿਆ ਸੀ, ਉਹਨਾਂ ਤੋਂ ਚੱਲੀ ਹੋਈ ਉਹ ਪ੍ਰਣਾਲੀ, ਉਹ ਪਰੰਪਰਾ, ਉਹ ਸੰਪਰਦਾਇ ਨਿਰਮਲ ਸੰਪਰਦਾਇ ਹੈ, ਜਿਸ ਦੇ ਮੌਜੂਦਾ ਮੁਖੀ ਸ੍ਰੀਮਾਨ ਸਵਾਮੀ ਗਿਆਨਦੇਵ ਸਿੰਘ ਜੀ ਮਹਾਰਾਜ ਕਨਖਲ ਹਰਿਦੁਆਰ ਵਾਲੇ ਹਨ। ਉਹਨਾਂ ਨੇ ਵੀ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚਣਾ ਸੀ, ਪਰ ਮਹਾਪੁਰਸ਼ਾਂ ਦਾ ਸਵਾਸਥ ਜ਼ਿਆਦਾ ਠੀਕ ਨਾ ਹੋਣ ਕਾਰਨ ਮਹਾਪੁਰਸ਼ ਇਸ ਸਮਾਗਮ ਵਿੱਚ ਹਾਜ਼ਰੀ ਨਹੀਂ ਭਰ ਸਕੇ। ਉਹਨਾਂ ਵੱਲੋਂ ਵੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫੀ। ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਅਪਾਰ ਕਿਰਪਾ ਸਦਕਾ, ਜਿਨ੍ਹਾਂ ਨੇ ਆਪਣਾ ਆਸ਼ੀਰਵਾਦ ਦੇ ਕਰਕੇ ਇਹ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।